ਹਾਂਜੀ ਰਾਜੇ, ਨੈਕਸਟ ਜਿਹੜਾ ਕਨਸੈਪਟ ਅੱਜ ਅਸੀਂ ਡਿਸਕਸ ਕਰਾਂਗੇ, ਸੋਸ਼ਲ ਚੇਂਜ ਦਾ ਜਿਹੜਾ ਕਨਸੈਪਟ ਸੀਗਾ, ਅਸੀਂ ਉਹਦੇ ਵਿੱਚ ਸੋਸ਼ਲ ਚੇਂਜ ਦੀਆਂ ਥੀਰੀਜ਼, ਉਹਦੇ ਫੀਚਰਸ ਹੈ ਨਾ, ਉਹ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋਸ਼ਲ ਚੇਂਜ ਐਂਡ ਲਾਅ, ਲਾਸਟ ਕਨਸੈਪਟ ਜਿਹੜਾ ਸੋਸ਼ਲ ਚੇਂਜ ਦੀ ਕਿਵੇਂ ਜਿਹੜੀ ਸੋਸਾਇਟੀ ਦੇ ਵਿੱਚ ਸੋਸ਼ਲ ਚੇਂਜ ਹੋਈ ਹੈ, ਉਸ ਦੇ ਨਾਲ ਅਸੀਂ ਇਹ ਵੀ ਦੇਖਣਾ ਕਿ ਸੋਸ਼ਲ ਚੇਂਜ ਜਿਹੜਾ ਹੋਇਆ ਉਸ ਦੇ ਵਿੱਚ ਲਾਅ ਜਿਹੜਾ ਹੈਗਾ ਉਸਨੇ ਕੀ ਇੰਪੋਰਟੈਂਟ ਰੋਲ ਪਲੇ ਕੀਤਾ। ਲਾਅ ਦੇ ਨਾਲ ਜੋ ਸੋਸਾਇਟੀ ਦੇ ਵਿੱਚ ਸੋਸ਼ਲ ਚੇਂਜਸ ਆਈਆਂ ਨੇ ਉਹ ਕਿਸ ਤਰ੍ਹਾਂ ਦੀਆਂ ਚੇਂਜਸ ਹੋਏ ਨੇ। ਠੀਕ ਹੈ, ਜਦੋਂ ਅਸੀਂ ਲਾਜ਼ ਦੀ ਗੱਲ ਕਰਦੇ ਹਾਂ, ਲਾਜ਼ ਜਿਹੜੇ ਹੈਗੇ ਨੇ ਸਾਡੇ ਬਿਫੋਰ ਇੰਡੀਪੈਂਡੈਂਸ ਤੇ ਆਫਟਰ ਇੰਡੀਪੈਂਡੈਂਸ ਬਹੁਤ ਸਾਰੇ ਜਿਹੜੇ ਰੂਲਸ ਰੈਗੂਲੇਸ਼ਨਸ ਲਾਅ ਐਕਟ ਬਣੇ ਨੇ ਜੋ ਕਿ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਦਿੱਤੇ ਗਏ ਨੇ। ਠੀਕ ਹੈ, ਮੇਨ ਜਿਹੜਾ ਫੰਕਸ਼ਨਿੰਗ ਹੈਗੀ ਹੈ ਲਾਅ ਦੀ, ਤਾਂ ਉਹ ਹੈਗਾ ਸੋਸ਼ਲ ਕੰਟਰੋਲ। ਸੋਸ਼ਲ ਕੰਟਰੋਲ ਨੂੰ ਮੇਨਟੇਨ ਕਰਕੇ ਰੱਖਣਾ, ਸੋਸ਼ਲ ਕੰਟਰੋਲ ਕਰਨਾ, ਠੀਕ ਹੈ, ਸੋਸਾਇਟੀ ਦੇ ਵਿੱਚ ਮੇਨਟੇਨੈਂਸ ਬਣਾ ਕੇ ਰੱਖਣੀ, ਤੇ ਇਹ ਸਾਰਾ ਕਿਸ ਦੇ ਦੁਆਰਾ ਕੀਤਾ ਜਾਂਦਾ? ਲਾਅ ਦੇ ਦੁਆਰਾ। ਇਸ ਤੋਂ ਇਲਾਵਾ ਲਾਅ ਦੀ ਜਿਹੜੀ ਫੰਕਸ਼ਨਿੰਗ ਹੈਗੀ ਹੈ ਤਾਂ ਸੋਸ਼ਲ ਕੰਟਰੋਲ ਕਰ ਰਹੇ ਹੈ, ਤੇ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਦੇਖਦੇ ਹਾਂ ਕਿ ਲਾਅ ਦਾ ਜਿਹੜਾ ਹੈਗਾ ਇੱਕ ਹੋਰ ਉਹਨੇ ਜਿਹੜਾ ਸੋਸਾਇਟੀ ਦੇ ਵਿੱਚ ਡਾਇਨਾਮਿਕ ਰੋਲ ਪਲੇ ਕੀਤਾ। ਡਾਇਨਾਮਿਕ ਰੋਲ ਦੇ ਵਿੱਚ ਕੀ ਹੈ ਕਿ ਉਹ ਜਦੋਂ ਇੰਡੀਅਨ ਸੋਸਾਇਟੀ ਦੇ ਵਿੱਚ ਕੌਨਸਟੀਟਿਊਸ਼ਨ ਬਣਨ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲਾਅ ਬਣੇ, ਉਹਨਾਂ ਨੂੰ ਇੰਪਲੀਮੈਂਟ ਕੀਤਾ ਗਿਆ ਸੋਸਾਇਟੀ ਤੇ, ਤਾਂ ਉਹ ਇੰਪਲੀਮੈਂਟ ਕਰਨ ਤੋਂ ਬਾਅਦ ਦੇ ਵਿੱਚ ਸੋਸ਼ਲ ਆਰਡਰ ਸੀਗਾ ਜਿਹੜਾ ਸੋਸਾਇਟੀ ਸੀਗੀ ਉਸ ਦੇ ਵਿੱਚ ਬਹੁਤ ਸਾਰੇ ਸੋਸ਼ਲ ਚੇਂਜ ਆਏ। ਇਹ ਸੋਸ਼ਲ ਚੇਂਜ ਜਿਹੜੇ ਕਿਸ ਤਰ੍ਹਾਂ ਦੇ ਆਏ? ਜਿਹੜੇ ਹਿਊਮਨ ਬੀਇੰਗ ਹੈਗੇ ਨੇ ਉਹਨਾਂ ਦੇ ਬਿਹੇਵੀਅਰਸ ਦੇ ਵਿੱਚ ਚੇਂਜ ਆਇਆ, ਬਲੀਫਸ ਦੇ ਵਿੱਚ ਚੇਂਜ ਆਇਆ, ਵੈਲਿਊਜ਼ ਦੇ ਵਿੱਚ ਚੇਂਜ ਆਇਆ, ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਚੇਂਜ ਆਇਆ, ਟ੍ਰੈਡੀਸ਼ਨਲ ਜਿਹੜੇ ਨੋਰਮਸ ਵੈਲਿਊਜ਼ ਸਾਡੇ ਜਿਹੜਾ ਕਲਚਰ ਸੀਗਾ ਉਸ ਦੇ ਵਿੱਚ ਚੇਂਜ ਆਇਆ। ਹੁਣ ਅਸੀਂ ਪਹਿਲਾਂ ਕੁਛ ਮੇਨ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੇ ਲਾਅ ਸਾਨੂੰ ਮਿਲੇ ਬਿਫੋਰ ਐਂਡ ਆਫਟਰ ਇੰਡੀਪੈਂਡੈਂਸ, ਉਹ ਅਸੀਂ ਦੇਖਦੇ ਹਾਂ। ਫਿਰ ਇਹ ਜਿਹੜੇ ਲਾਅ ਬਣੇ ਸੀਗੇ ਇਸ ਦੇ ਨਾਲ ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਦਾ ਚੇਂਜ ਆਇਆ ਅਸੀਂ ਉਹ ਦੇਖਾਂਗੇ, ਰਾਈਟ। ਬਿਫੋਰ ਇੰਡੀਪੈਂਡੈਂਸ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦਾ ਇੰਡੀਆ ਦੇ ਵਿੱਚ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਰਿਹਾ, ਬ੍ਰਿਟਿਸ਼ ਕਰਾਊਨ ਸੀ ਜਿਹੜਾ ਉਹ ਇੰਡੀਆ ਦੇ ਵਿੱਚ ਰੂਲ ਕਰ ਰਿਹਾ ਸੀ, ਰਾਈਟ। ਈਸਟ ਇੰਡੀਆ ਕੰਪਨੀ ਬਿਜ਼ਨਸ ਕਰਨ ਦੇ ਪੁਆਇੰਟ ਆਫ ਵਿਊ ਨਾਲ ਇੰਡੀਆ ਦੇ ਵਿੱਚ ਆਈ ਸੀ। ਹੌਲੀ ਹੌਲੀ ਇੰਡੀਆ ਦੇ ਵਿੱਚ ਈਸਟ ਇੰਡੀਆ ਜਿਹੜਾ ਕੰਪਨੀ ਦੇ ਨਾਲ ਨਾਲ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਕਰ ਲਿਆ ਗਿਆ। ਪਹਿਲਾਂ ਜਿਹੜਾ ਹੈਗਾ ਸੀ ਬੰਗਾਲ ਵਗੈਰਾ ਜਿਹੜੇ ਸਟੇਟ ਸੀਗੇ ਉਹਨਾਂ ਨੂੰ ਬ੍ਰਿਟਿਸ਼ ਨੇ ਆਪਣੇ ਅੰਡਰ ਕੀਤਾ। ਹੌਲੀ ਹੌਲੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਹੋ ਗਿਆ ਸੀ। ਉਸ ਦੇ ਵਿੱਚੋਂ ਕੁਝ ਪ੍ਰਿੰਸ ਸਟੇਟ ਸੀਗੀਆਂ ਜਿਹਦੇ ਵਿੱਚੋਂ ਪ੍ਰਿੰਸ ਜਿਹੜੇ ਆਪਣੇ ਕੁਝ ਸਟੇਟ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕੰਮ ਸੀਗਾ ਉਹਨਾਂ ਦੇ ਅੰਡਰ ਸੀਗਾ। ਮੇਜਰ ਜਿਹੜਾ ਏਰੀਆ ਸੀਗਾ ਉਹ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਆ ਗਿਆ ਸੀਗਾ। ਇੱਕ ਇੱਕ ਕਰਕੇ ਸਟੈਪ ਬਾਏ ਸਟੈਪ ਹਰ ਸਟੇਟ ਨੂੰ ਉਹ ਆਪਣੇ ਅੰਡਰ ਕਰ ਰਹੇ ਸੀਗੇ। ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪੁੱਤਰ ਸੀ ਉਹ ਜਿਹੜੇ ਛੋਟੇ ਸੀਗੇ, ਇੰਨਾ ਜ਼ਿਆਦਾ ਉਹਨਾਂ ਨੂੰ ਅਵੇਅਰ ਨਹੀਂ ਸੀਗੇ, ਤੇ ਇਸ ਕਰਕੇ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਪਰਸਨ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜਿਹੜਾ ਕਿ ਪੰਜਾਬ ਸਟੇਟ ਨੂੰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਤੇ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰ ਸਕਦਾ। ਇੱਥੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਬ੍ਰਿਟਿਸ਼ ਦਾ ਜਿਹੜਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਕੀਤਾ ਗਿਆ ਸੀਗਾ। ਫਿਰ ਜਦੋਂ ਬ੍ਰਿਟਿਸ਼ ਜਿਹੜੇ ਸੀਗੇ ਉਹਨਾਂ ਨੇ ਇੰਡੀਆ ਦੇ ਵਿੱਚ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਕੀਤਾ ਤਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਲਾਅ ਐਕਟ ਜਿਹੜੇ ਸੀਗੇ ਉਹ ਇੰਡੀਆ ਦੇ ਵਿੱਚ ਲਿਆਂਦੇ। ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਐਕਟ ਸੀਗੇ ਜਿਸ ਤਰੀਕੇ ਨਾਲ ਉੱਥੇ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਕੀਤਾ ਗਿਆ ਸੀ, ਉੱਥੇ ਰੂਲ ਕੀਤਾ ਜਾ ਰਿਹਾ ਸੀਗਾ, ਉਸ ਤਰ੍ਹਾਂ ਦਾ ਜਿਹੜੇ ਹੈਗੇ ਨੇ ਇੰਡੀਆ ਦੇ ਵਿੱਚ ਵੀ ਕੁਝ ਐਕਟ ਬਣਾਏ ਉਹਨਾਂ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਜੇ ਗੱਲ ਕਰੀਏ ਤਾਂ ਬਿਫੋਰ ਇੰਡੀਪੈਂਡੈਂਸ ਬ੍ਰਿਟਿਸ਼ ਦੇ ਅੰਡਰ ਜਿਹੜੇ ਐਕਟ ਬਣੇ ਸੀਗੇ ਉਹਦੇ ਵਿੱਚੋਂ ਜਿਹੜਾ ਸਤੀ ਸਿਸਟਮ ਰੈਗੂਲੇਸ਼ਨ ਐਕਟ ਸੀਗਾ 1829 ਦਾ ਜਿਹੜਾ ਇਹ ਐਕਟ ਸੀਗਾ
ਸਤੀ ਸਿਸਟਮ ਦਾ ਜਿਹੜਾ ਕਨਸੈਪਟ ਸੀਗਾ ਇੰਡੀਆ ਦੇ ਵਿੱਚ, ਜੇਕਰ ਕਿਸੇ ਦੀ ਡੈਥ ਹੋ ਜਾਂਦੀ ਸੀ ਕਿਸੇ ਦੇ ਹਸਬੈਂਡ ਦੀ, ਤਾਂ ਉਸਦੀ ਜਿਹੜੀ ਵਾਈਫ ਹੁੰਦੀ ਸੀ ਉਸਨੂੰ ਵੀ ਨਾਲ ਹੀ ਸਾੜ ਦਿੱਤਾ ਜਾਂਦਾ ਸੀਗਾ ਤੇ ਇੱਥੇ ਸਤੀ ਕਰ ਦਿੱਤਾ ਜਾਂਦਾ ਸੀ, ਰਾਈਟ। ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਇਵਲਸ ਇੰਡੀਅਨ ਸੋਸਾਇਟੀ ਦੇ ਵਿੱਚ ਸੀਗੇ, ਇਹ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ਡ ਹੋਣ ਤੋਂ ਬਾਅਦ ਜਿਹੜੇ ਬ੍ਰਿਟਿਸ਼ ਸੀਗੇ, ਉਹਨਾਂ ਨੇ ਇੱਕ ਐਕਟ ਪਾਸ ਕੀਤਾ, ਰੈਗੂਲੇਟਿੰਗ ਐਕਟ ਜਿਹੜਾ ਸੀਗਾ 1829, ਰਾਈਟ। ਨੈਕਸਟ ਜਿਹੜਾ ਐਕਟ ਬ੍ਰਿਟਿਸ਼ ਦੇ ਅੰਡਰ ਇੰਡੀਆ ਦੇ ਵਿੱਚ ਲਿਆਂਦਾ ਗਿਆ, ਵਿਡੋ ਹਿੰਦੂ ਵਿਡੋ ਰੀਮੈਰਿਜ ਐਕਟ 1856। ਕਿਉਂਕਿ ਇਸ ਤੋਂ ਪਹਿਲਾਂ ਇੰਡੀਅਨ ਸੋਸਾਇਟੀ ਦੇ ਵਿੱਚ ਜੇਕਰ ਕੋਈ ਵਿਡੋ ਹੋ ਜਾਂਦੀ ਸੀ, ਉਸ ਨੂੰ ਰੀਮੈਰਿਜ ਕਰਨ ਦੀ ਪਰਮਿਸ਼ਨ ਨਹੀਂ ਹੁੰਦੀ ਸੀ, ਉਸ ਨੂੰ ਲਾਈਫ ਟਾਈਮ ਤੱਕ ਇਸੇ ਤਰ੍ਹਾਂ ਦੀ ਲਾਈਫ ਸਪੈਂਡ ਕਰਨੀ ਪੈਂਦੀ ਸੀਗੀ। ਤੇ ਇਸ ਤੋਂ ਬਾਅਦ ਦੇ ਵਿੱਚ 1856 ਦੇ ਵਿੱਚ ਜਿਹੜੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਇੱਕ ਐਕਟ ਪਾਸ ਕੀਤਾ ਗਿਆ, ਜਿਸ ਦੇ ਵਿੱਚ ਵਿਡੋਜ਼ ਸੀਗੀਆਂ ਜਿਹੜੀਆਂ, ਉਹਨਾਂ ਨੂੰ ਰੀਮੈਰਿਜ ਕਰਨ ਦੀ ਪਰਮਿਸ਼ਨ ਮਿਲ ਗਈ ਸੀ। ਨੈਕਸਟ ਜਿਹੜਾ ਸੀਗਾ ਚਾਈਲਡ ਮੈਰਿਜ ਰਿਸਟ੍ਰਿਕਸ਼ਨ ਐਕਟ 1929। ਬ੍ਰਿਟਿਸ਼ ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ, ਇੰਡੀਅਨ ਸੋਸਾਇਟੀ ਦੇ ਵਿੱਚ ਚਾਈਲਡ ਮੈਰਿਜ ਦਾ ਕੰਸੈਪਟ ਬਹੁਤ ਜ਼ਿਆਦਾ ਸੀਗਾ। ਚਾਈਲਡ ਮੈਰਿਜ ਸੀ, ਪੋਲੋਗੈਮੀ ਮੈਰਿਜ ਸੀ, ਪੋਲੋਐਂਡਰੀ ਮੈਰਿਜ ਸੀ, ਹੈ ਨਾ, ਇੱਕ ਵਿਆਹ, ਬਹੁ ਪਤਨੀ ਵਿਆਹ, ਜਿਹਦੇ ਵਿੱਚ ਪੋਲੋਗੈਮੀ ਤੇ ਪੋਲੋਐਂਡਰੀ ਮੈਰਿਜ ਦਾ ਕੰਸੈਪਟ ਆ ਜਾਂਦਾ ਹੈ। ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਈਵਲਸ ਇੰਡੀਅਨ ਸੋਸਾਇਟੀ ਦੇ ਵਿੱਚ ਸੀਗੀਆਂ, ਇਸ ਨੂੰ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਇਸ ਦੇ ਲਈ ਜਿਹੜਾ ਹੈਗਾ ਚਾਈਲਡ ਮੈਰਿਜ ਐਕਟ 1929 ਜਿਹੜਾ ਪਾਸ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਕੰਡੀਸ਼ਨ ਰੱਖੀ ਗਈ ਸੀ ਕਿ 18 ਇਅਰਸ ਤੇ ਉਹ ਪਹਿਲਾਂ ਜਿਹੜਾ ਹੈਗਾ, ਜੇਕਰ ਮੈਰਿਜ ਹੁੰਦੀ ਹੈ ਤਾਂ ਉਸਨੂੰ ਇਨਲੀਗਲ ਮੰਨਿਆ ਜਾਏਗਾ, ਉਸ ਦੇ ਜੇਕਰ ਉਸ ਪੇਰੈਂਟਸ ਦੇ ਅਗੇਂਸਟ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ। ਇਸ ਤਰ੍ਹਾਂ ਇੱਕ 18 ਇਅਰਸ ਤੋਂ ਬਾਅਦ ਦੇ ਵਿੱਚ ਹੀ ਮੈਰਿਜ ਕਰਨ ਦੀ ਪਰਮਿਸ਼ਨ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜਿਹੜਾ ਇੱਕ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੀ ਜਿਹੜਾ ਨੈਕਸਟ ਐਕਟ ਜਿਹੜਾ ਲਿਆਂਦਾ ਗਿਆ ਸੀਗਾ 1937, ਹਿੰਦੂ ਵੂਮੈਨਸ ਰਾਈਟ ਟੂ ਪ੍ਰੋਪਰਟੀ ਐਕਟ। ਹਿੰਦੂ ਜਿਹੜੀਆਂ ਵੂਮੈਨ ਸੀਗੀਆਂ, ਜਿਨ੍ਹਾਂ ਦੀ ਹਸਬੈਂਡ ਦੀ ਡੈਥ ਹੋ ਜਾਂਦੀ ਸੀ, ਜਾਂ ਉਹਨਾਂ ਜਾਂ ਫਿਰ ਸਿੰਗਲ ਗਰਲ ਚਾਈਲਡ ਹੁੰਦੇ ਸੀ, ਉਹਨਾਂ ਨੂੰ ਜਿਹੜਾ ਹੈਗਾ ਪ੍ਰੋਪਰਟੀ ਦੇ ਵਿੱਚ ਰਾਈਟ ਦੇਣ ਦੇ ਲਈ 1937 ਦੇ ਵਿੱਚ ਇੱਕ ਐਕਟ ਲਿਆਂਦਾ ਗਿਆ ਸੀਗਾ, ਰਾਈਟ। ਇਸ ਤੋਂ ਇਲਾਵਾ 1946 ਦੇ ਵਿੱਚ ਹਿੰਦੂ ਮੈਰਿਡ ਵੂਮੈਨਸ ਰਾਈਟ ਟੂ ਸੈਪਰੇਟ ਰੈਜ਼ੀਡੈਂਸ ਐਂਡ ਮੇਨਟੇਨੈਂਸ ਐਕਟ, ਠੀਕ ਹੈ, ਉਹ ਸੈਪਰੇਟ ਰਹਿਣ ਦੇ ਉਹਨਾਂ ਨੂੰ ਪਰਮਿਸ਼ਨ ਸੀਗੀ, ਤੇ ਉਹ ਉਸ ਦੇ ਲਈ ਵੀ ਜਿਹੜਾ ਐਕਟ 1946 ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਸਪੈਸ਼ਲ ਮੈਰਿਜ ਐਕਟ 1872 ਦੇ ਵਿੱਚ ਆਇਆ, ਫਿਰ ਉਹਨੂੰ ਅਮੈਂਡ ਕਰਕੇ 1932 ਦੇ ਵਿੱਚ ਆਇਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਐਕਟ ਸੀਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਲਿਆਂਦੇ ਗਏ ਸੀ। ਇਸ ਤੋਂ ਇਲਾਵਾ ਜਿਹੜਾ ਬੌਂਡਡ ਲੇਬਰ ਹੁੰਦੀ ਸੀ, ਹੈ ਨਾ, ਜਿਹਨੂੰ ਬੰਧੂਆ ਮਜ਼ਦੂਰ ਕਿਹਾ ਜਾਂਦਾ ਸੀਗਾ, ਉਸ ਨੂੰ ਵੀ ਜਿਹੜਾ ਖਤਮ ਕਰਨ ਦੇ ਲਈ ਬਹੁਤ ਸਾਰੇ ਐਕਟ ਲਿਆਂਦੇ ਗਏ ਸੀਗੇ। 1943 ਦੇ ਵਿੱਚ ਐਂਟੀ ਸਲੇਵਰੀ ਐਕਟ, ਵਰਕਮੈਨਸ ਬ੍ਰੀਚ ਆਫ ਕੰਟਰੈਕਟ ਐਕਟ 1859। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਨੇ, ਵਰਕਮੈਨਸ ਕੰਪਨਸੇਸ਼ਨ ਐਕਟ 1923, ਬਹੁਤ ਸਾਰੇ ਐਕਟ ਜਿਹੜੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜਾ ਹੈਗਾ ਲਿਆਂਦੇ ਗਏ ਸੀਗੇ, ਜਿਸ ਦੇ ਨਾਲ ਜੋ ਸੋਸ਼ਲ ਇਵਲਸ ਸੀਗੇ, ਸਮਾਜਿਕ ਬੁਰਾਈਆਂ ਸੀਗੀਆਂ ਇੰਡੀਅਨ ਸੋਸਾਇਟੀ ਦੇ ਵਿੱਚ, ਉਹਨਾਂ ਨੂੰ ਖਤਮ ਕਰਨ ਦੇ ਲਈ ਕੁਝ ਐਕਟ ਬਣਾਏ ਗਏ ਸੀ। ਲਾਅ ਦਾ ਜਿਹੜੀ ਸਪੋਰਟ ਲੈ ਕੇ ਇੰਡੀਅਨ ਸੋਸਾਇਟੀ ਦੇ ਵਿੱਚ ਰਿਫਾਰਮਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਠੀਕ ਹੈ ਸੀ। ਇਸ ਤੋਂ ਇਲਾਵਾ ਜਿਹੜੇ ਆਫਟਰ ਇੰਡੀਪੈਂਡੈਂਸ ਜਿਹੜੇ ਕੁਝ ਐਕਟ ਬਣਾਏ ਗਏ, ਤੇ ਉਹਦੇ ਵਿੱਚੋਂ ਵੀ ਹਿੰਦੂ ਮੈਰਿਜ ਐਕਟ 1955, ਠੀਕ ਹੈ। ਇਸ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਐਕਟ ਸੀਗਾ, ਇਸ ਦੇ ਨਾਲ ਹਿੰਦੂ ਮੈਰਿਜ ਐਕਟ ਦੇ ਵਿੱਚ ਕੁਝ ਜਿਹੜੀਆਂ ਕੰਡੀਸ਼ਨਸ ਦੱਸੀਆਂ ਗਈਆਂ ਸੀ ਕਿ ਚਾਈਲਡ ਮੈਰਿਜ ਨਹੀਂ ਹੋਏਗੀ, 18 ਇਅਰਸ ਤੋਂ ਬਾਅਦ ਦੇ ਵਿੱਚ ਮੈਰਿਜ ਕਰਵਾਉਣ ਦੀ ਪਰਮਿਸ਼ਨ ਹੋਏਗੀ। ਇਸ ਤੋਂ ਇਲਾਵਾ ਅਨਟਚੇਬਿਲਿਟੀ ਆਫੈਂਸ ਐਕਟ 1955, ਅਨਟਚੇਬਿਲਿਟੀ ਐਕਟ ਜਿਹੜਾ ਹੈਗਾ ਸੀਗਾ 1955 ਦਾ, ਇਹ ਵੀ ਜਿਹੜੇ ਸ਼ਡਿਊਲ ਕਾਸਟ ਲੋਕ ਸੀਗੇ,
ਜਾਂ ਜਿਨ੍ਹਾਂ ਨੂੰ ਅਨਟੱਚੇਬਲਸ ਕਿਹਾ ਜਾਂਦਾ ਸੀਗਾ, ਜਾਂ ਜਿਹੜੇ ਜਦੋਂ ਅਸੀਂ ਟ੍ਰੈਡੀਸ਼ਨਲ ਕਾਸਟ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਹ ਸ਼ੂਦਰ ਸੀਗੇ ਜਾਂ ਅਨਟੱਚੇਬਲ ਸੀਗੇ, ਰਾਈਟ? ਉਹਨਾਂ ਨੂੰ ਉਹਨਾਂ ਦੇ ਸਿਵਲ ਰਾਈਟਸ ਦੇਣ ਦੇ ਲਈ ਐਕਟ ਲਿਆਂਦਾ ਗਿਆ ਸੀਗਾ, ਅਨਟੱਚੇਬਿਲਟੀ ਐਕਟ 1955। ਇਸ ਦੇ ਨਾਲ ਕੀ ਸੀਗਾ ਕਿ ਜੋ ਜੇਕਰ ਕੋਈ ਇਸ ਤਰ੍ਹਾਂ ਦਾ ਬਿਹੇਵ ਕਰਦਾ ਕਿਸੇ ਵੀ ਸ਼ੂਦਰ ਨਾਲ, ਅਨਟੱਚੇਬਲ ਨਾਲ, ਜਾਂ ਉਹਨੂੰ ਇਸ ਤਰ੍ਹਾਂ ਦਾ ਕੁਛ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਹੈ, ਤਾਂ ਉਸਨੂੰ ਅਗੇਂਸਟ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ। ਇਸ ਦੇ ਨਾਲ ਉਸਨੂੰ ਪਨਿਸ਼ਮੈਂਟ 6 ਮੰਥ ਤੱਕ ਦੀ ਪਨਿਸ਼ਮੈਂਟ ਜਿਹੜੀ ਹੈਗੀ ਆ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ, ਤੇ 500 ਰੁਪੀਜ਼ ਜਿਹੜਾ ਹੈਗਾ ਉਹਨੂੰ ਫਾਈਨ ਦੇਣਾ ਪਏਗਾ। ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਬਹੁਤ ਸਾਰੇ, ਹੁਣ ਅਸੀਂ ਦੇਖਦੇ ਹਾਂ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਤਾਂ ਉਸਦੇ ਅਗੇਂਸਟ ਜਿਹੜਾ ਹੈਗਾ ਕੇਸ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਿੰਦੂ ਸਕਸੈਸ਼ਨ ਐਕਟ 1956, ਇਸ ਦੇ ਵਿੱਚ ਵੀ ਜਿਹੜਾ ਹੈਗਾ ਇਸ ਐਕਟ ਦੇ ਨਾਲ ਵੀ ਜਿਹੜਾ ਹੈਗਾ ਪ੍ਰੋਪਰਟੀ ਦੇ ਰਾਈਟ ਜਿਹੜੇ ਹੈਗੇ ਆ ਉਹ ਦਿੱਤੇ ਗਏ ਸੀਗੇ ਕਿ ਜੇਕਰ ਕਿਸੇ ਦੀ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਤਾਂ ਉਸਦੀ ਵਾਈਫ ਨੂੰ ਉਹਦੇ ਪ੍ਰੋਪਰਟੀ ਦੇ ਵਿੱਚ ਰਾਈਟ ਮਿਲੇਗਾ, ਪਰ ਉਸ ਪ੍ਰੋਪਰਟੀ ਨੂੰ ਸੇਲ ਨਹੀਂ ਕਰ ਸਕਦੀ ਸੀ, ਸਿਰਫ ਉਸ ਦੀ ਜਿਹੜੇ ਹੈਗੇ ਆਪਣੀ ਲਾਈਫ ਸਰਵਾਈਵ ਕਰ ਸਕਦੀ ਸੀ। ਇਸ ਤੋਂ ਇਲਾਵਾ ਹਿੰਦੂ ਮਿਨੋਰਟੀਜ਼ ਐਂਡ ਗਾਰਡੀਅਨਸ਼ਿਪ ਐਕਟ 1956, ਇਸ ਦੇ ਵਿੱਚ ਵੀ ਗਾਰਡੀਅਨ ਜਿਹੜਾ ਹੈਗਾ ਬੱਚੇ ਦਾ ਕਿਸੇ ਨਾ ਕਿਸੇ ਨੂੰ ਜਿਹੜਾ ਹੈਗਾ ਬਣਾਇਆ ਜਾਂਦਾ ਸੀਗਾ। ਜੇਕਰ ਪੇਰੈਂਟਸ ਦੇ ਵਿੱਚੋਂ ਕਿਸੇ ਇੱਕ ਦੀ ਡੈਥ ਹੋ ਜਾਂਦੀ ਸੀ ਤਾਂ ਦੂਜਾ ਜਿਹੜਾ ਕੋਈ ਵੀ ਇੱਕ ਮਦਰ ਫਾਦਰ ਦੇ ਵਿੱਚੋਂ ਕੋਈ ਬਚ ਜਾਂਦਾ ਸੀ ਤਾਂ ਉਹਦਾ ਗਾਰਡੀਅਨ ਹੁੰਦਾ ਸੀ, ਜਾਂ ਫਿਰ ਕਿਸੇ ਥਰਡ ਪਰਸਨ ਨੂੰ, ਜੇਕਰ ਮਦਰ ਫਾਦਰ ਨਹੀਂ ਹੈਗੇ, ਥਰਡ ਪਰਸਨ ਉਹਦਾ ਗਾਰਡੀਅਨ ਜਿਹੜਾ ਹੈਗਾ ਬਣਾਇਆ ਜਾਂਦਾ ਸੀਗਾ। ਇਸ ਤੋਂ ਇਲਾਵਾ 1956 ਦਾ ਜਿਹੜਾ ਐਕਟ ਸੀਗਾ ਇੱਕ ਹੋਰ, ਹਿੰਦੂ ਅਡੋਪਟੇਸ਼ਨ ਐਂਡ ਮੇਨਟੇਨੈਂਸ ਐਕਟ, ਇਹਦੇ ਵਿੱਚ ਅਡਾਪਟ ਕਰਨ ਦੀ ਪਰਮਿਸ਼ਨ ਦਿੱਤੀ ਗਈ ਸੀ। ਜੇਕਰ ਕਿਸੇ ਦੇ ਕਪਲ ਦੇ ਕੋਲ ਆਪਣੇ ਬੱਚੇ ਨਹੀਂ ਸੀਗੇ, ਉਹ ਅਡਾਪਟ ਕਰ ਸਕਦੇ ਸੀ ਕਿ ਉਹਨਾਂ ਨੂੰ ਵੀ ਪ੍ਰੋਪਰਟੀ ਦੇ ਵਿੱਚੋਂ ਓਨਾ ਹੀ ਜਿਹੜਾ ਰਾਈਟ ਮਿਲਦਾ ਸੀਗਾ। ਡੋਰੀ ਪ੍ਰੋਫੈਸ਼ਨ ਐਕਟ 1961, ਠੀਕ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਹੋਰ ਐਕਟ ਜਿਹੜੇ ਇੰਡੀਆ ਦੇ ਵਿੱਚ ਆਫਟਰ ਇੰਡੀਪੈਂਡੈਂਸ ਆਏ, ਇਹ ਸਿਰਫ ਕੁਝ ਐਕਟਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਸਮਝਾਉਣ ਦੇ ਲਈ। ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੇ ਐਕਟ ਜਿਹੜੇ ਹੈਗੇ ਨੇ ਸਾਨੂੰ ਮਿਲ ਜਾਣਗੇ, ਬਹੁਤ ਸਾਰੇ ਆਰਟੀਕਲ ਮਿਲ ਜਾਣਗੇ। ਸਾਡੇ ਲਾਈਫ ਦੇ ਹਰ ਸਟੈਪ ਤੇ ਸਾਨੂੰ ਇੱਕ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਸਾਨੂੰ ਲਾਈਫ ਸਪੈਂਡ ਕਰਨੀ ਚਾਹੀਦੀ ਆ, ਸਾਨੂੰ ਹਰ ਇੱਕ ਚੀਜ਼ ਬਾਰੇ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਅਸੀਂ ਲੀਗਲ ਤਰੀਕੇ ਨਾਲ ਜਿਹੜਾ ਹੈਗਾ ਲਾਈਫ ਸਪੈਂਡ ਕਰ ਸਕਦੇ ਹਾਂ, ਰਾਈਟ? ਹੁਣ ਜਿਹੜਾ ਹੈਗਾ ਨੈਕਸਟ ਐਕਟ ਸੀਗਾ ਜਿਹੜਾ ਚਾਈਲਡ ਲੇਬਰ ਐਕਟ ਸੀਗਾ 1986, ਜਿਹਦੇ ਵਿੱਚ ਉਹ ਚਾਈਲਡ ਨੂੰ ਲੇਬਰ, ਜਿਹੜੇ ਬੱਚਿਆਂ ਤੋਂ ਲੇਬਰ ਕਰਾਉਂਦੇ ਸੀਗੇ, ਉਹਨਾਂ ਦੇ ਅਗੇਂਸਟ ਵੀ ਜਿਹੜਾ ਐਕਸ਼ਨ ਲਿਆ ਜਾਂਦਾ ਸੀਗਾ। ਤੇ ਇਹ ਸਾਰੇ ਜਿਹੜੇ ਐਕਟ ਬਣੇ ਸੀਗੇ, ਇਸ ਦੇ ਨਾਲ ਸੋਸ਼ਲ ਚੇਂਜ ਕੀ ਹੋਇਆ, ਠੀਕ ਹੈ? ਹੁਣ ਨੈਕਸਟ ਜਿਹੜਾ ਅਸੀਂ ਡਿਸਕਸ ਕਰਾਂਗੇ ਕਿ ਜਿਹੜਾ ਇਹ ਲਾਅ ਇੰਡੀਆ ਦੇ ਵਿੱਚ ਲਿਆਂਦੇ ਗਏ, ਐਕਟ ਲਿਆਂਦੇ ਗਏ, ਫਿਰ ਜਿਹੜਾ ਹੈਗਾ ਉਹਨਾਂ ਨੂੰ ਲਾਅ ਦੀ ਬਣਾਇਆ ਗਿਆ, ਪਾਸ ਕੀਤਾ ਗਿਆ, ਇੰਪਲੀਮੈਂਟ ਕੀਤਾ ਗਿਆ। ਜਿਹੜੇ ਆਰਟੀਕਲ ਸੀਗੇ ਡਿਫਰੈਂਟ ਐਕਟਸ ਦੇ ਵਿੱਚ, ਡਿਫਰੈਂਟ ਆਰਟੀਕਲ ਜਿਹੜੇ ਮਿਲਦੇ ਆ, ਤੇ ਇਹ ਜਿਹੜੇ ਐਕਟ ਸੀਗੇ, ਇਸ ਐਕਟ ਨੂੰ ਰੀਅਲ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਤੋਂ ਬਾਅਦ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਕੀ ਚੇਂਜ ਹੋਇਆ, ਟ੍ਰੈਡੀਸ਼ਨਲ ਟਾਈਮ ਤੇ ਜਿਹੜਾ ਲਾਈਫ ਸਟਾਈਲ ਸੀਗਾ ਉਸ ਦੇ ਵਿੱਚ ਕੀ ਚੇਂਜ ਆਇਆ ਜਦੋਂ ਇਹ ਲਾਅ ਇੰਪਲੀਮੈਂਟ ਕੀਤੇ ਗਏ। ਇੱਥੇ ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ ਕਾਸਟ ਸਿਸਟਮ ਦੀ ਗੱਲ ਕੀਤੀ ਸੀਗੀ, ਤਾਂ ਕਾਸਟ ਸਿਸਟਮ ਦੇ ਵਿੱਚ ਕੁਝ ਜਿਹੜੀਆਂ ਸਪੈਸੀਫਿਕ ਕਾਸਟ ਸੀਗੀਆਂ ਉਹਨਾਂ ਨੂੰ ਸੋਸ਼ਲ ਡਿਸੇਬਿਲਿਟੀਜ਼ ਜਿਹੜੇ ਹੈਗੇ ਆ ਉਹਨਾਂ ਦੇ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀ ਇਸ ਤਰ੍ਹਾਂ ਦੀਆਂ, ਠੀਕ ਹੈ? ਸੋਸ਼ਲ ਡਿਸੇਬਿਲਿਟੀਜ਼ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਸੀਗੀਆਂ। ਜਿਹੜੇ ਅਨਟੱਚੇਬਲਸ ਕਾਸਟ ਦੇ ਲੋਕ ਸੀਗੇ, ਅਨਟੱਚੇਬਲਸ ਕਿਹਾ ਜਾਂਦਾ ਸੀ ਜਿਹਨਾਂ ਨੂੰ, ਡਿਪਰੈਸਡ ਕਲਾਸ ਕਿਹਾ ਜਾਂਦਾ ਸੀਗਾ, ਠੀਕ ਹੈ? ਜਿਹਦੇ ਵਿੱਚੋਂ ਅਸੀਂ ਸ਼ੂਦਰ ਕਾਸਟ ਜਾਂ ਅਨਟੱਚੇਬਲਸ ਨੂੰ ਕੰਸੀਡਰ ਕਰਦੇ ਸੀਗੇ। ਕਿਸ ਤਰ੍ਹਾਂ ਦੀਆਂ ਉਹਨਾਂ ਤੇ ਰਿਸਟ੍ਰਿਕਸ਼ਨਸ ਲੱਗੀਆਂ ਸੀਗੀਆਂ ਕਿ ਉਹ ਐਜੂਕੇਸ਼ਨ ਨਹੀਂ ਲੈ ਸਕਦੇ, ਰਿਲੀਜੀਅਸ ਪਲੇਸ ਜਿਹੜੇ ਹੈਗੇ ਨੇ, ਮੰਦਰ ਮਸਜਿਦ ਵਿੱਚ ਨਹੀਂ ਜਾ ਸਕਦੇ, ਹੈ ਨਾ? ਇਸ ਤੋਂ ਇਲਾਵਾ ਜਿਹੜੇ ਰਿਲੀਜੀਅਸ ਗ੍ਰੰਥ ਸੀਗੇ ਉਹਨਾਂ ਦੇ ਵਿੱਚ ਜਿਹੜੇ ਮੰਤਰ ਵਗੈਰਾ ਦਿੱਤੇ ਹੁੰਦੇ ਸੀਗੇ, ਪਾਠ ਜਿਹੜਾ ਦਿੱਤਾ ਜਾਂਦਾ ਸੀ, ਉਹ ਸੁਣ ਨਹੀਂ ਸਕਦੇ ਸੀ, ਪੜ੍ਹਨਾ ਤਾਂ ਬਹੁਤ ਜ਼ਿਆਦਾ ਇੰਪੋਸੀਬਲ ਸੀ ਉਹਨਾਂ ਲਈ। ਜੇਕਰ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ ਸੀਗਾ ਤਾਂ ਜਿਹੜੇ
ਬ੍ਰਾਹਮਣ ਕਾਸਟ ਦੇ ਲੋਕ ਸੀਗੇ, ਕਿਉਂਕਿ ਇਹ ਰਿਲੀਜੀਅਸ ਐਕਟੀਵਿਟੀਜ਼ ਦੇ ਵਿੱਚ ਉਹਨਾਂ ਦਾ ਇੰਪੋਰਟੈਂਟ ਰੋਲ ਸੀਗਾ, ਉਹ ਉਹਨਾਂ ਨੂੰ ਪਨਿਸ਼ਮੈਂਟ ਦਿੰਦੇ ਸੀ, ਜਿਹਦੇ ਵਿੱਚ ਬਹੁਤ ਜਿਹੜੀਆਂ ਹਾਰਡ ਪਨਿਸ਼ਮੈਂਟ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ। ਹੁਣ ਇੱਥੇ ਜਦੋਂ ਲਾਅ ਬਣੇ ਇੰਡੀਅਨ ਸੋਸਾਇਟੀ ਦੇ ਵਿੱਚ, ਉਹਨਾਂ ਨੂੰ ਇੰਪਲੀਮੈਂਟ ਕੀਤਾ ਗਿਆ। ਸਭ ਤੋਂ ਪਹਿਲਾਂ ਜਿਹੜਾ ਹੈਗਾ ਸੋਸ਼ਲ ਡਿਸੇਬਿਲਿਟੀਜ਼ ਸੀਗੀਆਂ ਜਿਹੜੀਆਂ, ਉਹਨਾਂ ਦੇ ਵਿੱਚ ਚੇਂਜ ਆਇਆ। ਹੁਣ ਕਿਸੇ ਵੀ ਪਰਸਨ ਨੂੰ ਇੰਡੀਅਨ ਕੌਂਸਟੀਟਿਊਸ਼ਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਹਰ ਕਾਸਟ, ਰਿਲੀਜਨ, ਕਲਾਸ ਦੇ ਪਰਸਨ ਜਿਹੜੇ ਹੈਗੇ ਨੇ ਉਹਨਾਂ ਨੂੰ ਫ੍ਰੀਡਮ ਹੈਗੀ ਆ, ਉਹਨਾਂ ਨੂੰ ਪੋਲੀਟੀਕਲੀ, ਸੋਸ਼ਲ, ਇਕਨੋਮਿਕ, ਰਿਲੀਜੀਅਸ ਰਾਈਟ ਮਿਲੇ ਹੋਏ ਨੇ ਉਹਨਾਂ ਦੇ। ਠੀਕ ਹੈ, ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਕਾਸਟ ਦੇ ਲੋਕ ਇੱਥੇ ਪਬਲਿਕ ਪਲੇਸ ਤੇ ਜਾ ਸਕਦੇ ਨੇ, ਇੱਥੇ ਨਹੀਂ ਜਾ ਸਕਦੇ, ਮੰਦਿਰ ਜਾ ਸਕਦੇ ਨੇ, ਮਸਜਿਦ ਜਾ ਸਕਦੇ ਨੇ, ਐਜੂਕੇਸ਼ਨ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ, ਕੋਈ ਨਹੀਂ ਕਹਿ ਸਕਦਾ। ਕੌਂਸਟੀਟਿਊਸ਼ਨ ਇਸ ਸਭ ਨੂੰ ਜਿਹੜਾ ਰਾਈਟ ਦਿੰਦਾ ਹੈ ਕਿ ਉਹ ਐਜੂਕੇਸ਼ਨ ਲੈ ਸਕਦੇ ਨੇ, ਮੰਦਿਰ, ਮਸਜਿਦ, ਕਿਸੇ ਵੀ ਰਿਲੀਜੀਅਸ ਪਲੇਸ ਤੇ, ਰਿਲੀਜੀਅਸ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਇਹ ਜਿਹੜਾ ਐਕਟ ਸੀਗਾ ਅਨਟਚੇਬਿਲਟੀ ਐਕਟ 1955 ਦੇ ਵਿੱਚ, ਇਹ ਸਾਰੀਆਂ ਜਿਹੜੀਆਂ ਡਿਸੇਬਿਲਟੀਜ਼ ਉਹਨਾਂ ਨੂੰ ਦਿੱਤੀਆਂ ਗਈਆਂ ਸੀਗੀਆਂ, ਉਹਨਾਂ ਤੇ ਲਾਗੂ ਕੀਤੀਆਂ ਗਈਆਂ ਸੀ, ਉਹ ਖਤਮ ਹੋ ਗਈਆਂ ਤੇ ਹੁਣ ਹਰ ਕਾਸਟ, ਰਿਲੀਜਨ ਦੇ ਲੋਕਾਂ ਨੂੰ ਇਕੁਅਲ ਰਾਈਟ ਮਿਲ ਗਏ ਸੀਗੇ, ਰਾਈਟ। ਇਸ ਤੋਂ ਇਲਾਵਾ ਕਾਸਟ ਇੰਡੋਗੇਮੀ ਦਾ ਜਿਹੜਾ ਕੰਸੈਪਟ ਸੀਗਾ, ਉਹ ਵੀ ਜਿਹੜਾ ਹੈਗਾ ਕੁਛ ਹੱਦ ਤੱਕ ਜਿਹੜਾ ਸਪੈਸ਼ਲ ਮੈਰਿਜ ਐਕਟ ਬਣਿਆ ਸੀਗਾ, ਇੰਟਰਕਾਸਟ ਮੈਰਿਜ ਐਕਟ ਜਿਹੜਾ ਬਣਿਆ ਸੀਗਾ, ਇਸ ਤਰ੍ਹਾਂ ਦੇ ਜਿਹੜੇ ਐਕਟ, ਸਪੈਸ਼ਲ ਮੈਰਿਜ ਐਕਟ ਬਣਿਆ ਸੀ, ਹੈ ਨਾ। ਇਸ ਐਕਟ, ਮੈਰਿਜ ਐਕਟ ਬਣਨ ਦੇ ਨਾਲ ਵੀ ਕਾਸਟ ਇੰਡੋਗੇਮੀ ਜਿਹੜੇ ਮੈਰਿਜ ਦਾ ਕੰਸੈਪਟ ਸੀਗਾ ਉਹ ਖਤਮ ਹੋ ਗਿਆ। ਹੁਣ ਹਰ ਕਿਸੇ ਨੂੰ ਫ੍ਰੀਡਮ ਹੈਗੀ ਆ, ਉਹ ਕਿਸੇ ਵੀ ਕਾਸਟ, ਰਿਲੀਜਨ ਦੇ ਲੋਕ ਜਿਹੜੇ ਹੈਗੇ ਨੇ, ਉਹ ਇੱਕ ਦੂਜੇ ਨਾਲ ਜੇਕਰ ਉਹ ਚਾਹੁੰਦੇ ਨੇ ਮੈਰਿਜ ਕਰਵਾ ਸਕਦੇ ਨੇ, ਕਿਸੇ ਤੇ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਜੇਕਰ ਉਹ ਅਡਲਟ ਹੈਗੇ ਨੇ, 18 ਇਅਰਸ ਤੋਂ ਉੱਪਰ ਹੈਗੇ ਨੇ। ਇਹ ਵੀ ਜਿਹੜਾ ਹੈਗਾ ਇੱਕ ਚੇਂਜ ਆਇਆ ਸੀਗਾ ਸੋਸਾਇਟੀ ਦੇ ਵਿੱਚ ਜਦੋਂ ਇਹ ਲਾਅ ਇੰਪਲੀਮੈਂਟ ਹੋਏ ਸੀ ਇੰਡੀਅਨ ਸੋਸਾਇਟੀ ਦੇ ਵਿੱਚ, ਰਾਈਟ। ਫਿਰ ਨੈਕਸਟ ਚੇਂਜ ਕੀ ਆਇਆ ਸੀਗਾ, ਆਕੂਪੇਸ਼ਨਲ ਚੇਂਜ। ਅਸੀਂ ਡਿਸਕਸ ਕੀਤਾ ਸੀਗਾ ਕਾਸਟ ਸਿਸਟਮ ਦੇ ਵਿੱਚ ਕਿ ਕਾਸਟ ਦੇ ਬੇਸ ਤੇ ਆਕੂਪੇਸ਼ਨ ਹਰ ਕਿਸੇ ਪਰਸਨ ਨੂੰ ਬਾਏ ਬਰਥ ਮਿਲਦਾ ਸੀ। ਜਿਸ ਕਾਸਟ ਦੇ ਵਿੱਚ ਵਿਅਕਤੀ ਦਾ ਜਨਮ ਹੁੰਦਾ ਸੀ, ਉਸ ਕਾਸਟ ਦਾ ਕੰਮ ਜਿਹੜਾ ਹੈਗਾ ਸੀ ਉਸਨੂੰ ਹੈਰੀਡੇਟਰੀ ਮਿਲ ਜਾਂਦਾ ਸੀਗਾ। ਕੋਈ ਵੀ ਇੱਕ ਕਾਸਟ ਦਾ ਲੋਕ ਸੀਗੇ ਜਿਹੜੇ ਦੂਜੀ ਕਾਸਟ ਦੇ ਲੋਕਾਂ ਦਾ ਆਕੂਪੇਸ਼ਨ ਨਹੀਂ ਕਰ ਸਕਦੇ ਸੀਗੇ, ਠੀਕ ਹੈ। ਸਪੈਸ਼ਲ ਕੁਝ ਫੈਸਿਲਿਟੀਜ਼ ਮਿਲੀਆਂ ਜਾਂਦੀਆਂ ਸੀਗੀਆਂ, ਉਹ ਅਪਰ ਕਾਸਟ ਦੇ ਲੋਕਾਂ ਨੂੰ ਮਿਲਦੀਆਂ ਸੀਗੀਆਂ। ਤੇ ਹੁਣ ਜਿਹੜਾ ਆਰਟੀਕਲ 15 ਹੈਗਾ, ਉਸ ਦੇ ਵਿੱਚ ਜਿਹੜਾ ਹੈਗਾ ਹਰ ਕਿਸੇ ਨਾਲ ਵੀ ਕਾਸਟ, ਰਿਲੀਜਨ, ਰੇਸ ਜਾਂ ਜੈਂਡਰ ਦੇ ਬੇਸ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਰਿਹਾ। ਹਰ ਕਿਸੇ ਨੂੰ ਬਰਾਬਰ ਰਾਈਟ ਹੈਗੇ ਨੇ। ਕੋਈ ਵੀ ਪਰਸਨ ਜਿਹੜਾ ਹੈਗਾ ਆਪਣੀ ਸਕਿੱਲਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਆਕੂਪੇਸ਼ਨ ਚੂਜ਼ ਕਰ ਸਕਦਾ। ਆਕੂਪੇਸ਼ਨ ਚੂਜ਼ ਕਰਨ ਦੀ ਉਹਨੂੰ ਪਰਮਿਸ਼ਨ ਹੈਗੀ ਹੈ। ਇਹ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਇਸ ਕਾਸਟ ਦੇ ਵਿਅਕਤੀ ਇਹ ਕੰਮ ਕਰਨਗੇ ਤੇ ਦੂਜੀ ਕਾਸਟ ਦੇ ਇਹ ਕੰਮ ਕਰਨਗੇ। ਕਿਸੇ ਨਾਲ ਵੀ ਰਿਲੀਜਨ ਜਾਂ ਕਾਸਟ ਦੇ ਬੇਸ ਤੇ ਕੋਈ ਜਿਹੜਾ ਹੈਗਾ ਫਰਕ ਨਹੀਂ ਕੀਤਾ ਜਾਂਦਾ। ਇਹ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਦੇ ਵਿੱਚ ਹਰ ਕਿਸੇ ਨੂੰ ਰਾਈਟ ਮਿਲ ਚੁੱਕੇ ਆ, ਰਾਈਟ। ਹਾਂਜੀ, ਨੈਕਸਟ ਇਸ ਤੋਂ ਇਲਾਵਾ ਜਿਹੜਾ ਹੈਗਾ ਲਾਅ ਜਦੋਂ ਇੰਪਲੀਮੈਂਟ ਹੋਇਆ ਤਾਂ ਸਾਡੇ ਸੋਸ਼ਲ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨੇ, ਜਿਹਦੇ ਵਿੱਚੋਂ ਬੇਸਿਕ ਇੰਸਟੀਟਿਊਸ਼ਨ ਫੈਮਿਲੀ ਹੈ। ਫੈਮਿਲੀ ਦੇ ਵਿੱਚ ਜਦੋਂ ਅਸੀਂ ਟ੍ਰੈਡੀਸ਼ਨਲ ਸੋਸਾਇਟੀ ਦੀ ਗੱਲ ਕਰਦੇ ਹਾਂ ਤਾਂ ਮੈਕਸਿਮਮ ਜਿਹੜੀਆਂ ਫੈਮਿਲੀਜ਼ ਨੇ ਉਹ ਜੁਆਇੰਟ ਫੈਮਿਲੀਜ਼ ਦੇਖਣ ਨੂੰ ਮਿਲਦੀਆਂ ਸੀ ਸਾਨੂੰ ਸੋਸਾਇਟੀ ਦੇ ਵਿੱਚ। ਜਦੋਂ ਲਾਅ ਇੰਪਲੀਮੈਂਟ ਹੋਇਆ ਇੰਡੀਆ ਦੇ ਵਿੱਚ, ਲਾਅ ਬਣੇ, ਤਾਂ ਉੱਥੇ ਜਿਹੜੇ ਜੁਆਇੰਟ ਫੈਮਿਲੀ ਦਾ ਕੰਸੈਪਟ ਸੀਗਾ ਉਹ ਹੌਲੀ ਹੌਲੀ ਖਤਮ ਹੋਣ ਲੱਗਿਆ ਤੇ ਨਿਊਕਲੀਅਰ ਫੈਮਿਲੀ ਦੇ ਵਿੱਚ ਕਨਵਰਟ ਹੋਣ ਲੱਗਿਆ। ਕਿਉਂਕਿ ਜਦੋਂ ਜੁਆਇੰਟ ਫੈਮਿਲੀ ਸੀ ਟ੍ਰੈਡੀਸ਼ਨਲ ਸੋਸਾਇਟੀ ਦੇ ਵਿੱਚ, ਤਾਂ ਉੱਥੇ ਪ੍ਰੋਪਰਟੀ ਦਾ ਜਿਹੜਾ ਰਾਈਟ ਹੁੰਦਾ ਸੀਗਾ ਉਹ ਉਮਰ ਦਾ ਜਿਹੜਾ ਸਭ ਤੋਂ ਵੱਡਾ ਵਿਅਕਤੀ ਹੁੰਦਾ ਸੀ ਉਹਦੇ ਕੋਲ ਹੁੰਦਾ ਸੀ। ਹਰ ਕੋਈ ਉਸਦੇ ਅਕੋਰਡਿੰਗਲੀ ਕੰਮ ਕਰਦੇ ਸੀ, ਜਿਵੇਂ ਉਹ ਕਹਿੰਦਾ ਸੀ ਹਰ ਕੋਈ ਉਸਨੂੰ ਫੋਲੋ ਕਰਦੇ ਸੀਗੇ। ਜਿਵੇਂ ਹੀ ਹਰ ਕਿਸੇ ਨੂੰ ਆਪਣੇ ਪਰਸਨਲ ਰਾਈਟ ਮਿਲ ਗਏ, ਫੰਡਾਮੈਂਟਲ ਰਾਈਟਸ ਦੇ ਵਿੱਚ ਸਾਰਿਆਂ ਨੂੰ ਆਪਣੇ ਆਪਣੇ ਰਾਈਟ ਮਿਲ ਗਏ, ਫੈਮਿਲੀ ਦੇ ਵਿੱਚ ਹਰ ਕਿਸੇ ਨੂੰ ਪ੍ਰੋਪਰਟੀ ਦਾ ਰਾਈਟ ਮਿਲ ਗਿਆ, ਤਾਂ ਇਸ ਦੇ ਨਾਲ ਕੀ ਹੋਇਆ ਕਿ ਨਿਊਕਲੀਅਰ ਫੈਮਿਲੀਜ਼ ਜ਼ਿਆਦਾ ਬਣਨੀਆਂ ਸ਼ੁਰੂ ਹੋ ਗਈਆਂ। ਜਿਹੜੀ ਜੁਆਇੰਟ ਫੈਮਿਲੀ ਸੀਗੀਆਂ ਉਹ ਹੌਲੀ ਹੌਲੀ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਇਹ ਵੀ ਇੱਕ ਸੋਸ਼ਲ ਚੇਂਜ ਸੀਗਾ ਇੰਡੀਅਨ ਸੋਸਾਇਟੀ ਦੇ ਵਿੱਚ। ਇਸ ਤੋਂ ਇਲਾਵਾ ਮੈਰਿਜ ਦਾ ਜਿਹੜਾ ਸਿਸਟਮ ਸੀਗਾ ਉਸ ਤੇ ਵੀ ਲਾਅ ਦਾ ਜਿਹੜਾ ਹੈਗਾ ਇੰਪੈਕਟ ਸਾਨੂੰ ਦੇਖਿਆ। ਮੈਰਿਜ ਸਿਸਟਮ ਦੇ ਵਿੱਚ ਵੀ ਚੇਂਜ ਆਇਆ ਕਿਉਂਕਿ
ਜਦੋਂ ਅਸੀਂ ਟ੍ਰੈਡੀਸ਼ਨਲ ਟਾਈਮ ਤੇ ਦੇਖਦੇ ਹਾਂ ਤਾਂ ਮੈਰਿਜ ਦਾ ਕਨਸੈਪਟ ਸੀ ਜਿਹੜਾ ਉਸਨੂੰ ਇੱਕ ਰਿਲੀਜੀਅਸ ਫੰਕਸ਼ਨਸ ਦੇ ਨਾਲ ਜਿਹੜਾ ਹੈਗਾ ਕੰਪਲੀਟ ਕੀਤਾ ਜਾਂਦਾ ਸੀਗਾ। ਕੁਝ ਸਪੈਸੀਫਿਕ ਸੈਰੇਮਨੀਜ਼ ਹੁੰਦੀਆਂ ਸੀਗੀਆਂ, ਉਹਨਾਂ ਨੂੰ ਕੀਤੇ ਬਿਨਾਂ ਮੈਰਿਜ ਨੂੰ ਜਿਹੜਾ ਹੈਗਾ ਸਕਸੈਸ ਨਹੀਂ ਸੀ ਮੰਨਿਆ ਜਾਂਦਾ। ਪਰ ਜਿਵੇਂ ਹੀ ਲਾਅ ਇੰਪਲੀਮੈਂਟ ਹੋਇਆ ਤਾਂ ਇੱਥੇ ਜਿਹੜਾ ਕਨਸੈਪਟ ਸੀਗਾ ਟੋਟਲੀ ਚੇਂਜ ਹੋ ਗਿਆ ਕਿ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਸ ਤਰ੍ਹਾਂ ਦੀਆਂ ਰਿਲੀਜੀਅਸ ਸੈਰੇਮਨੀਜ਼ ਕਰਕੇ ਹੀ ਮੈਰਿਜ ਹੁੰਦੀ ਹੈ। ਮੈਰਿਜ ਜਿਹੜੀ ਹੈਗੀ ਆ ਉਹ ਕੋਰਟ ਦੇ ਵਿੱਚ ਜਾ ਕੇ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਿਨਾਂ ਕਿਸੇ ਜਿਹੜਾ ਕਾਸਟ, ਰਿਲੀਜਨ, ਕਿਸੇ ਵੀ ਫੈਮਲੀਜ਼ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਹ ਨਹੀਂ ਹੈਗਾ ਕਿ ਇਸ ਇੱਥੇ ਮੈਰਿਜ ਕਰਨੀ ਹੈ ਜਾਂ ਇੱਥੇ ਨਹੀਂ ਕਰਨੀ। ਲਾਅ ਜਿਹੜਾ ਹੈਗਾ ਸਭ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਤੇ ਹਰ ਕਿਸੇ ਨੂੰ ਫਰੀडम ਹੈਗੀ ਆ ਉਹ ਕਿਸੇ ਵੀ ਕਾਸਟ, ਰਿਲੀਜਨ ਦੇ ਵਿੱਚ ਮੈਰਿਜ ਕਰਵਾ ਸਕਦੇ ਨੇ, ਰਾਈਟ। ਇਸ ਤੋਂ ਇਲਾਵਾ ਮੈਰਿਜ ਸਿਸਟਮ ਦੇ ਵਿੱਚ ਜਿਹੜਾ ਡਾਈਵੋਰਸ ਦਾ ਕਨਸੈਪਟ ਆਇਆ, ਹੁਣ ਜੇਕਰ ਟ੍ਰੈਡੀਸ਼ਨਲ ਟਾਈਮ ਤੇ ਜਦੋਂ ਮੈਰਿਜ ਹੋ ਜਾਂਦੀ ਸੀ ਤਾਂ ਉਸ ਤੇ ਮੈਰਿਜ ਨੂੰ ਤੋੜਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਠੀਕ, ਕਿਉਂਕਿ ਉਸ ਟਾਈਮ ਤੇ ਇਸ ਤਰ੍ਹਾਂ ਦਾ ਸੀਗਾ ਕਿ ਜੇ ਮੈਰਿਜ ਹੋ ਜਾਂਦੀ ਹੈ ਤਾਂ ਉਸ ਲਾਈਫ ਟਾਈਮ ਤੱਕ ਉਸ ਮੈਰਿਜ ਨੂੰ ਹੀ ਦੇ ਨਾਲ ਹੀ ਜਿਹੜਾ ਹੈਗਾ ਲਾਈਫ ਸਪੈਂਡ ਕਰਨੀ ਹੁੰਦੀ ਸੀ। ਜਦੋਂ ਇੰਡੀਆ ਦੇ ਵਿੱਚ ਲਾਅ ਜਿਹੜਾ ਇੰਪਲੀਮੈਂਟ ਹੋਇਆ, ਇਸ ਤੋਂ ਇਲਾਵਾ ਬ੍ਰਿਟਿਸ਼ ਦੇ ਅੰਡਰ ਵਿਡੋ ਰੀਮੈਰਿਜ ਐਕਟ ਦਾ ਕੰਸੈਪਟ ਆਇਆ ਤਾਂ ਇੱਥੇ ਜਿਹੜਾ ਵਿਡੋ ਸੀਗੇ ਉਹਨਾਂ ਨੂੰ ਰੀਮੈਰਿਜ ਕਰਨ ਦੀ ਪਰਮਿਸ਼ਨ ਮਿਲ ਗਈ ਤੇ ਨਾਲ ਹੀ ਜਿਹੜਾ ਹੈਗਾ ਜੇਕਰ ਕੋਈ ਕੰਫਰਟੇਬਲ ਨਹੀਂ ਹੈਗਾ ਆਪਣੀ ਮੈਰਿਡ ਲਾਈਫ ਤੋਂ ਤਾਂ ਉਹ ਡਾਈਵੋਰਸ ਲੈ ਸਕਦਾ, ਸੈਪਰੇਟ ਰਹਿ ਸਕਦਾ ਹੈ। ਇਸ ਤੋਂ ਇਲਾਵਾ ਮੈਰਿਜ ਤੇ ਇੰਪੈਕਟ ਇਹ ਵੀ ਪਿਆ ਕਿ ਮੋਨੋਗੈਮੀ ਦਾ ਕੰਸੈਪਟ ਆ ਗਿਆ। ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਮੋਨੋਗੈਮੀ ਯਾਨੀ ਕਿ ਇੱਕ ਮੈਰਿਜ, ਜਿਹੜਾ ਮੋਨੋਗੈਮੀ ਦਾ ਮਤਲਬ ਹੈਗਾ ਕਿ ਇੱਕ ਮੇਲ ਇੱਕ ਫੀਮੇਲ ਦੀ ਮੈਰਿਜ ਹੋਏਗੀ, ਜਦੋਂ ਕਿ ਅਸੀਂ ਦੇਖਦੇ ਹਾਂ ਟ੍ਰੈਡੀਸ਼ਨਲ ਸੁਸਾਇਟੀਜ਼ ਦੇ ਵਿੱਚ ਪੋਲੀਗੈਮੀ ਤੇ ਪੋਲੀਐਂਡਰੀ ਮੈਰਿਜ ਦਾ ਕੰਸੈਪਟ ਸੀਗਾ, ਜਿਹਦੇ ਵਿੱਚ ਇੱਕ ਪਰਸਨ, ਇੱਕ ਮੇਲ ਬਹੁਤ ਸਾਰੀਆਂ ਫੀਮੇਲ ਨਾਲ ਮੈਰਿਜ ਕਰਾਉਂਦਾ ਸੀ ਟ੍ਰਾਈਬਲ ਏਰੀਆਜ਼ ਦੇ ਵਿੱਚ, ਜਾਂ ਫਿਰ ਇੱਕ ਮੇਲ ਦੀ ਜਿਹੜੀ ਹੈਗੀ ਆ ਇੱਕ ਫੀਮੇਲ ਦੀ ਬਹੁਤ ਸਾਰੇ ਮੇਲਸ ਨਾਲ ਮੈਰਿਜ ਹੁੰਦੀ ਸੀ। ਇਹ ਟ੍ਰਾਈਬਲ ਏਰੀਆਜ਼ ਦੇ ਵਿੱਚ ਹੁੰਦਾ ਸੀਗਾ। ਇਸ ਤਰ੍ਹਾਂ ਦਾ ਜਿਹੜਾ ਕੰਸੈਪਟ ਸਾਰਾ ਖਤਮ ਕਰ ਦਿੱਤਾ ਗਿਆ। ਲਾਅ ਦੇ ਵਿੱਚ ਅੰਡਰ ਜਿਹੜੀ ਹੈਗੀ ਆ ਮੋਨੋਗੈਮੀ ਮੈਰਿਜ ਨੂੰ ਹੀ ਜਿਹੜਾ ਹੈਗਾ ਪਰਮਿਸ਼ਨ ਦਿੱਤੀ ਗਈ ਹੈ। ਜਿਹੜੀ ਇੱਕ ਮੇਲ ਦੀ ਜ਼ਿਆਦਾ ਫੀਮੇਲ ਨਾਲ ਮੈਰਿਜ ਜਾਂ ਇੱਕ ਜਿਹੜੀ ਫੀਮੇਲ ਹੈਗੀ ਆ ਉਹਦੀ ਜ਼ਿਆਦਾ ਮੇਲ ਨਾਲ ਮੈਰਿਜ ਕੁਝ ਸਪੈਸੀਫਿਕ ਕੰਡੀਸ਼ਨਸ ਦੇ ਵਿੱਚ ਜਿੱਥੇ ਕਿ ਇਹ ਨੈਸੈਸਰੀ ਹੋਵੇ ਉੱਥੇ ਹੀ ਜਿਹੜੀ ਇਸ ਤਰ੍ਹਾਂ ਦੀ ਮੈਰਿਜ ਹੋ ਸਕਦੀ ਹੈ। ਅਦਰਵਾਈਜ਼ ਮੋਨੋਗੈਮੀ ਮੈਰਿਜ ਨੂੰ ਹੀ ਕਨਸਟੀਟਿਊਸ਼ਨ ਦੇ ਵਿੱਚ ਪਰਮਿਸ਼ਨ ਮਿਲੀ ਹੈ। ਇਹ ਵੀ ਸੋਸ਼ਲ ਚੇਂਜ ਹੈਗਾ, ਰਾਈਟ। ਇਸ ਤੋਂ ਇਲਾਵਾ ਵਿਡੋ ਰੀਮੈਰਿਜ ਦਾ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਜਿਹੜੀਆਂ ਜਿਹਦੀ ਹਸਬੈਂਡ ਦੀ ਡੈਥ ਹੋ ਜਾਂਦੀ ਸੀ ਜਾਂ ਵਾਈਫ ਦੀ ਡੈਥ ਹੋ ਜਾਂਦੀ ਸੀ ਤਾਂ ਉਹ ਜਿਹੜੇ ਹੈਗੇ ਆ ਵਿਡੋਵਰਸ ਜਾਂ ਵਿਡੋਜ਼ ਨੂੰ ਜਿਹੜੀ ਰੀਮੈਰਿਜ ਕਰਨ ਦੀ ਪਰਮਿਸ਼ਨ ਸੀ, ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ, ਦੋਨਾਂ ਨੂੰ ਹੀ ਪਰਮਿਸ਼ਨ ਸੀਗੀ। ਇਸ ਤੋਂ ਇਲਾਵਾ ਜਿਹੜਾ ਚਾਈਲਡ ਮੈਰਿਜ ਦੀ ਜਿਹੜੇ ਕੰਸੈਪਟ ਸੀਗਾ ਟ੍ਰੈਡੀਸ਼ਨਲ ਸੁਸਾਇਟੀਜ਼ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੀ ਮੈਰਿਜ ਕਰ ਦਿੱਤੀ ਜਾਂਦੀ ਸੀ, ਇਸ ਨੂੰ ਵੀ ਖਤਮ ਕੀਤਾ ਗਿਆ। 18 ਸਾਲ ਦੀ ਉਮਰ ਤੋਂ ਘੱਟ ਜਿਹੜੇ ਮੈਰਿਜ ਕਰਨ ਦੀ ਕਨਸਟੀਟਿਊਸ਼ਨ ਵੱਲੋਂ ਪਰਮਿਸ਼ਨ ਨਹੀਂ ਹੈਗੀ। ਜੇਕਰ ਕੋਈ ਇਸ ਤਰ੍ਹਾਂ ਦੀ ਮੈਰਿਜ ਕਰਦਾ ਤਾਂ ਉਸ ਦੇ ਅਗੇਂਸਟ ਜਿਹੜਾ ਐਕਸ਼ਨ ਲਿਆ ਜਾਂਦਾ, ਉਹਦੀ ਵੀ ਪਨਿਸ਼ਮੈਂਟ ਵੀ ਜਿਹੜੀ ਮਿਲਦੀ ਹੈ, ਰਾਈਟ। ਇਸ ਤੋਂ ਇਲਾਵਾ ਡੋਰੀ ਸਿਸਟਮ ਸੀਗਾ ਜਿਹੜਾ, ਉਸ ਤੇ ਵੀ ਜਿਹੜੀ ਹੈਗੀ ਆ ਰੋਕ ਲੱਗੀ ਸੀਗੀ। ਕੋਈ ਵੀ ਜਿਹੜਾ ਹੈਗਾ ਡੋਰੀ ਜਿਹੜਾ ਲੈਣ ਦਾ ਕੰਸੈਪਟ ਸੀਗਾ ਉਸਨੂੰ ਖਤਮ ਕੀਤਾ ਗਿਆ ਡੋਰੀ ਪ੍ਰੋਹਿਬਿਸ਼ਨ ਐਕਟ 1961 ਦੇ ਅੰਡਰ। ਤੇ ਇੱਥੇ ਜਿਹੜਾ ਹੈਗਾ ਜੇਕਰ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰਦਾ ਜਾਂ ਇਸ ਤਰ੍ਹਾਂ ਦਾ ਕੁਝ ਕਿਸੇ ਨੂੰ ਹਰਾਸ਼ ਕਰਦਾ ਤਾਂ ਉਸ ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਂਦਾ ਹੈ। ਇਹ ਵੀ ਇੱਕ ਜਿਹੜਾ ਸੋਸ਼ਲ ਚੇਂਜ ਸੀਗਾ ਇੰਡੀਅਨ ਸੋਸਾਇਟੀ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਸੋਸ਼ਲ ਚੇਂਜ ਆਇਆ, ਕੁਝ ਲਾਅ ਜਿਹੜਾ ਹੈਗਾ ਇੰਪਲੀਮੈਂਟ ਹੋਣ ਦੇ ਨਾਲ ਕਨਸਟੀਟਿਊਸ਼ਨ ਬਣਨ ਤੋਂ ਬਾਅਦ ਦੇ ਵਿੱਚ ਤਾਂ ਰਿਲੀਜੀਅਸ ਇੰਸਟੀਟਿਊਸ਼ਨ ਜਿਹੜੀਆਂ ਸੀ ਉਹਨਾਂ ਤੇ ਵੀ ਇਸਦਾ ਇੰਪੈਕਟ ਪਿਆ, ਉੱਥੇ ਵੀ ਚੇਂਜਸ ਹੋਏ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜਾ ਕਾਸਟ ਡਿਸੇਬਿਲਿਟੀਜ਼ ਐਕਟ ਸੀਗਾ 1850, ਇੱਥੇ ਵੀ ਜਿਹੜਾ ਹੈਗਾ ਕਾਸਟ
ਜਿਹੜੇ ਡਿਫਰੈਂਟ ਕਾਸਟ ਦੇ ਲੋਕ ਸੀ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਫਰਕ ਨਹੀਂ ਕੀਤਾ ਜਾਏਗਾ, ਸਭ ਨੂੰ ਜਿਹੜਾ ਹੈਗਾ ਬਰਾਬਰ ਰਾਈਟ ਮਿਲ ਗਏ ਸੀਗੇ। ਇਸ ਤੋਂ ਇਲਾਵਾ ਕੁਛ ਇਸ ਤਰ੍ਹਾਂ ਦੇ ਐਕਟ ਵੀ ਬਣੇ ਸੀ ਜਿਹੜੇ ਸਪੈਸੀਫਿਕ ਏਰੀਆਜ਼ ਦੇ ਵਿੱਚ ਇੰਪਲੀਮੈਂਟ ਹੋਏ ਸੀਗੇ, ਜਿਵੇਂ ਬੰਗਾਲ ਦੇ ਵਿੱਚ ਬੰਗਾਲ ਸਤੀ ਰੈਗੂਲੇਸ਼ਨ ਐਕਟ ਜਿਹੜਾ ਪਾਸ ਕੀਤਾ ਗਿਆ ਸੀਗਾ ਸਤੀ ਸਿਸਟਮ ਨੂੰ ਖਤਮ ਕਰਨ ਦੇ ਲਈ। ਇਸ ਤੋਂ ਇਲਾਵਾ ਜਿਹੜਾ ਹਿੰਦੂ ਵਿਡੋ ਰੀਮੈਰਿਜ ਐਕਟ ਸੀਗਾ, ਇਸ ਦੇ ਨਾਲ ਵੀ ਜਿਹੜਾ ਹੈਗਾ ਕਾਫੀ ਜਿਹੜੀਆਂ ਚੇਂਜਸ ਇੰਡੀਅਨ ਸੋਸਾਇਟੀ ਦੇ ਵਿੱਚ ਹੋਈਆਂ। ਇਸ ਤੋਂ ਇਲਾਵਾ ਕੌਂਸਟੀਟਿਊਸ਼ਨ ਦੇ ਜਿਹੜੇ ਆਰਟੀਕਲ 15 ਦੇ ਅੰਡਰ ਜਿਹੜਾ ਹੈਗਾ ਕਿਸੇ ਵੀ ਪਰਸਨ ਨਾਲ ਕਿਸੇ ਕਾਸਟ, ਰਿਲੀਜਨ, ਰੇਸ, ਬਰਥ ਪਲੇਸ ਜਾਂ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਕੋਈ ਫਰਕ ਨਹੀਂ ਕੀਤਾ ਜਾਏਗਾ, ਸਾਰਿਆਂ ਨੂੰ ਇਕੁਅਲ ਰਾਈਟ ਮਿਲ ਚੁੱਕੇ ਸੀਗੇ। ਇਸ ਤੋਂ ਇਲਾਵਾ ਅਨਟੱਚੇਬਿਲਿਟੀ ਐਕਟ ਜਿਹੜਾ ਪਾਸ ਹੋਣ ਦੇ ਨਾਲ ਇਹ ਜਿਹੜਾ ਹੈਗਾ ਪਹਿਲਾਂ ਇਸ ਤਰ੍ਹਾਂ ਦਾ ਕੰਸੈਪਟ ਸੀਗਾ ਉਹ ਵੀ ਖਤਮ ਹੋ ਗਿਆ ਸੀਗਾ। ਇਸ ਤੋਂ ਇਲਾਵਾ ਜਿਹੜਾ ਲਾਅ ਬਣਨ ਦੇ ਨਾਲ ਲਾਅ ਜਿਹੜੇ ਇੰਡੀਅਨ ਸੋਸਾਇਟੀ ਦੇ ਵਿੱਚ ਬਣੇ ਬਿਫੋਰ ਤੇ ਆਫਟਰ ਇੰਡੀਪੈਂਡੈਂਸ, ਉਸ ਦੇ ਨਾਲ ਐਜੂਕੇਸ਼ਨ ਸਿਸਟਮ ਸੀਗਾ ਜਿਹੜਾ ਇੰਡੀਅਨ ਸੋਸਾਇਟੀ ਦੇ ਵਿੱਚ, ਉਸ ਤੇ ਵੀ ਜਿਹੜਾ ਹੈਗਾ ਇੰਪੈਕਟ ਪਿਆ ਸੀਗਾ, ਉਸ ਦੇ ਵਿੱਚ ਵੀ ਸੋਸ਼ਲ ਚੇਂਜ ਹੋਇਆ ਸੀ। ਕਿਉਂਕਿ ਟ੍ਰੈਡੀਸ਼ਨਲ ਟਾਈਮ ਤੇ ਅਸੀਂ ਦੇਖਦੇ ਹਾਂ ਕਿ ਕੁਝ ਸਪੈਸੀਫਿਕ ਕਾਸਟ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਐਜੂਕੇਸ਼ਨ ਲੈਣ ਦਾ ਰਾਈਟ ਸੀਗਾ, ਜਿਹੜੇ ਬਾਕੀ ਕਾਸਟ ਸੀਗੇ ਉਹਨਾਂ ਨੂੰ ਐਜੂਕੇਸ਼ਨ ਲੈਣ ਦੀ ਪਰਮਿਸ਼ਨ ਨਹੀਂ ਸੀ ਹੁੰਦੀ। ਪਰ ਆਰਟੀਕਲ ਜਿਹੜਾ 29 ਹੈ ਉਸ ਦੇ ਵਿੱਚ ਸਭ ਨੂੰ ਐਜੂਕੇਸ਼ਨ ਲੈਣ ਦਾ ਜਿਹੜਾ ਰਾਈਟ ਮਿਲ ਗਿਆ। ਕਿਸੇ ਵੀ ਕਾਸਟ ਰਿਲੀਜਨ ਬੇਸ ਤੇ ਕਿਸੇ ਨੂੰ ਐਜੂਕੇਸ਼ਨ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ਹਰ ਕੋਈ ਐਜੂਕੇਸ਼ਨ ਲੈ ਸਕਦਾ, ਚਾਹੇ ਉਹ ਸ਼ਡਿਊਲ ਕਾਸਟ ਦੇ ਲੋਕ ਹੈਗੇ ਨੇ, ਚਾਹੇ ਉਹ ਸ਼ਡਿਊਲ ਟ੍ਰਾਈਬਸ ਦੇ ਲੋਕ ਹੈਗੇ ਨੇ, ਕੋਈ ਵੀ ਜਿਹੜਾ ਹੈਗਾ ਐਜੂਕੇਸ਼ਨ ਲੈਣ ਦਾ ਫੈਸਿਲਿਟੀਜ਼ ਹੈਗੀਆਂ। ਈਵਨ ਕਿ ਜਿਹੜੀਆਂ ਸ਼ਡਿਊਲ ਕਾਸਟ ਜਿਹੜੀਆਂ ਹੈਗੀਆਂ ਨੇ ਜਾਂ ਸ਼ਡਿਊਲ ਟ੍ਰਾਈਬ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਵੀ ਦਿੱਤੀਆਂ ਗਈਆਂ ਨੇਗੀਆਂ, ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਥੋੜਾ ਮੋਟੀਵੇਟ ਕੀਤਾ ਜਾ ਸਕੇ ਕਿ ਉਹ ਆਪਣੀ ਸੋਸ਼ਲ ਲਾਈਫ ਨੂੰ ਇੰਪਰੂਵ ਕਰ ਸਕਣ। ਇਸ ਤੋਂ ਇਲਾਵਾ ਜਿਹੜਾ ਐਜੂਕੇਸ਼ਨ ਆਉਣ ਦੇ ਨਾਲ ਸੋਸ਼ਲ ਚੇਂਜ ਹੋਇਆ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਕਾਸਟ ਦੇ ਲੋਕਾਂ ਨੂੰ ਵੀ ਐਜੂਕੇਸ਼ਨ ਲੈਣ ਦੀ ਪਰਮਿਸ਼ਨ ਹੋ ਗਈ ਜਿਹੜੀਆਂ ਕਿ ਪਹਿਲਾਂ ਐਜੂਕੇਸ਼ਨ ਲੈਣ ਦੀ ਪਰਮਿਸ਼ਨ ਨਹੀਂ ਸੀ। ਵਿਮਨ ਦੇ ਸਟੇਟਸ ਤੇ ਵੀ ਇੰਪੈਕਟ ਪਿਆ, ਵਿਮਨ ਦੇ ਸਟੇਟਸ ਦੇ ਵਿੱਚ ਵੀ ਚੇਂਜ ਆਇਆ। ਇਸ ਦੇ ਨਾਲ ਚਾਈਲਡ ਮੈਰਿਜ ਤੇ ਜਿਹੜੀ ਰਿਸਟ੍ਰਿਕਸ਼ਨ ਲੱਗ ਗਈਆਂ ਸੀਗੀਆਂ, ਚਾਈਲਡ ਮੈਰਿਜ ਨਹੀਂ ਹੋਏਗੀ। ਡੋਰੀ ਪ੍ਰੋਹਿਬਿਸ਼ਨ ਐਕਟ ਆ ਗਿਆ ਸੀਗਾ, ਕਿਸੇ ਨੂੰ ਡੋਰੀ ਲੈਣ ਦੇ ਲਈ ਜਾਂ ਲੈ ਕੇ ਆਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਹਰਾਸਮੈਂਟ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਹਿੰਦੂ ਮੈਰਿਜ ਤੇ ਡਾਈਵੋਰਸ ਐਕਟ ਨਾਲ ਵੀ ਵਿਮਨ ਦਾ ਸਟੇਟਸ ਇੰਪਰੂਵ ਹੋਇਆ। ਇਸ ਤੋਂ ਇਲਾਵਾ ਹਿੰਦੂ ਸਕਸੈਸ਼ਨ ਐਕਟ 1956 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਰਾਈਟ ਮਿਲ ਗਿਆ। ਇਸ ਦੇ ਨਾਲ ਵੀ ਉਹਨਾਂ ਦਾ ਸਟੇਟਸ ਕਾਫੀ ਇੰਪਰੂਵ ਹੋਇਆ। ਇਸ ਤਰ੍ਹਾਂ ਸੋਸ਼ਲ ਲਾਈਫ ਜਿਹੜੀ ਸੀ ਵਿਮਨ ਦੀ ਉਸ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਆਇਆ, ਸਟੇਟਸ ਇੰਪਰੂਵ ਹੋਇਆ। ਇਹ ਵੀ ਲਾਅ ਜਿਹੜਾ ਹੈਗਾ ਇੰਪਲੀਮੈਂਟ ਹੋਣ ਦੇ ਨਾਲ ਸੋਸ਼ਲ ਚੇਂਜ ਹੋਈ ਸੀ। ਹਾਂਜੀ, ਕੰਸੈਪਟ ਕਲੀਅਰ ਹੋਇਆ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਬਿਫੋਰ ਤੇ ਆਫਟਰ ਇੰਡੀਪੈਂਡੈਂਸ ਜਿਹੜਾ ਇੰਡੀਅਨ ਸੋਸਾਇਟੀ ਤੇ ਕੁਝ ਲਾਅ ਐਕਟ ਜਿਹੜੇ ਹੈਗੇ ਨੇ ਪਾਸ ਕੀਤੇ ਗਏ, ਇੰਪਲੀਮੈਂਟ ਕੀਤੇ ਗਏ, ਜਿਸ ਦੇ ਨਾਲ ਟ੍ਰੈਡੀਸ਼ਨਲ ਸੋਸਾਇਟੀ ਸੀ ਜਿਹੜੀ ਉਹ ਬਦਲੀ ਤੇ ਉਸ ਦੇ ਵਿੱਚ ਕਾਫੀ ਜ਼ਿਆਦਾ ਸੋਸ਼ਲ ਚੇਂਜ ਹੋਏ, ਜਿਸ ਦੇ ਨਾਲ ਬਹੁਤ ਸਾਰੇ ਸੋਸ਼ਲ ਈਵਲ ਸੀਗੇ ਜਿਹੜੇ ਇੰਡੀਅਨ ਸੋਸਾਇਟੀ ਦੇ ਵਿੱਚ ਉਹ ਖਤਮ ਹੋ ਗਏ। ਲੋਕਾਂ ਨੂੰ ਜਿਹੜੀ ਹੈਗੀ ਹੈ ਥੋੜੀ ਗਰੋ ਕਰਨ ਦਾ ਮੌਕਾ ਮਿਲਿਆ। ਹਰ ਕਾਸਟ ਰਿਲੀਜਨ ਦੇ ਲੋਕਾਂ ਨੂੰ ਆਪਣੀ ਸਕਿੱਲਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਪਰਫਾਰਮੈਂਸ ਕਰਨ ਦਾ ਮੌਕਾ ਮਿਲਿਆ, ਆਕੂਪੇਸ਼ਨ ਚੂਜ਼ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਜਿਹੜੇ ਇਹ ਕੁਝ ਲਾਅ ਇੰਪਲੀਮੈਂਟ ਹੋਣ ਦੇ ਨਾਲ ਸੋਸ਼ਲ ਚੇਂਜ ਹੋਈ ਸੀਗੀ।